सतनाम वाहेगुरु साहिब जी। मारू महला पहला। घर पहला। करणी कागद मन मसबाणी। बुरा भला दोए लेख पए। ज्यों ज्यों किरत चलाए त्यों चलिए। तो गुण नाही अंत हरे। करणी कागद मन मसबाणी। बुरा भला दोए लेख पए। ज्यों ज्यों किरत चलाए त्यों चलिए। तो गुण नाही अंत हरे। चित चेतस की नहीं बाबरिया। हर बिसरत तेरे गुण गलिया रहाओ। जाली रैन जाल दिन हुआ। जेती घड़ी फाही तेती। रस रस जोग चुगह नित फासहें। छूट समूड़े कबन गुणी। काया आरण मन बिच लोहा। पंच अगन तित लाग रही। कोयले पाप पड़े तिस उपर। मन जड़िया सन्नी चिंत पई। भया मनूर कंचन फिर होवै। जे गुर मिलै तनेहा। एक नाम अमृत ओ देवै। तो नानक त्रिसठस देहा। भया मनूर कंचन फिर होवै। जे गुर मिलै तनेहा। एक नाम अमृत यो देवै। तो नानक त्रिसठस देहा। परम सत्कारयोग गुरु रूप गुरु प्यारी साध संगत जीओ। आओ मनां दीआं खिंडियां होईयां बिरतियां नूं करिए एकागर। करिए रसना पवित्र ते बोलीए सारे। वाहिगुरु जी का खालसा वाहिगुरु जी की फतेह। गुरमुख प्यारिओ, परमात्मा की किरपा की पहली निशानी है मनुख नूं सतसंग दीआं अमोलक घड़ियां प्राप्त हुंदियां। गुरबाणी नूं पढ़न सुनन समझण दा सुभागा समा मनुख नूं प्राप्त हुंदा। उस तो बाद मनुख अपने आप नूं जाण के अपने अंदर दी सोझी प्राप्त करके अपने आप नूं सवार सकदा, अपना जीवन बदल सकदा। आपां नूं सतसंग दीआं अमोलक घड़ियां प्राप्त होईयां। परमात्मा अकाल पुरख वाहिगुरू दा तह दिलों धन्नवाद करते हैं। गुरु ग्रंथ साहिब जी सच्चे पातशाह साडे हाजिर ते नाजिर हन। आपां बड़ी शरधा भावना अदब ते सत्कार नाल एक एक बचन गुरु जी का सरवण करना, तां कि असी समझ सकीए, सानू अकल मत ज्ञान आ सके। साडी जिंदगी की आ, किस तरह साडे लेख लिखे जाते आ, किस तरह माड़े लेख चंगे लेख की हुंदे आ, किवें असी फसदे आ दुनिया दे विच ते किवें असी निकल सकदे आ फसे होए
ਇਹ ਸਾਰਾ ਗਿਆਨ ਗੁਰਬਾਣੀ ਤੋਂ ਪ੍ਰਾਪਤ ਹੁੰਦਾ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ ਜੀ। ਮਾਰੂ ਮਹੱਲਾ ਪਹਿਲਾ, ਘਰ ਪਹਿਲਾ। ਗੁਰਮੁਖ ਪਿਆਰਿਓ, ਇਹ ਪਵਿੱਤਰ ਸ਼ਬਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 990 ਅੰਗ ਉੱਪਰ ਸੁਭਾਏਮਾਨ ਹੈ। ਮਾਰੂ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਮੁਖ ਵਿੱਚੋਂ ਫਰਮਾਨ ਕੀਤਾ ਹੋਇਆ ਹੈ। ਘਰ ਪਹਿਲਾ ਕੀਰਤਨ ਕਰਨ ਦੀ ਤਗੀਦ ਪਹਿਲੇ ਘਰ ਵਿੱਚ ਕਰ ਰਹੇ ਹਨ। ਮਾਰੂ ਰਾਗ ਬਾਰੇ ਜੇ ਥੋੜ੍ਹਾ ਜਿਹਾ ਜਾਣੀਏ ਤਾਂ ਇਹ ਬੈਰਾਗ ਦਾ ਰਾਗ ਵੀ ਕਿਹਾ ਜਾਂਦਾ। ਮਾਰੂ ਸੋਲੇ ਕਿਤੇ ਵਿਸ਼ਰਾਮ ਠੀਕ ਲੈ ਕੇ ਵਧੀਆ ਕੋਈ ਗੁਰੂ ਕਾ ਵਜ਼ੀਰ ਪਾਠੀ ਸਿੰਘ ਪਾਠ ਕਰਦਾ ਹੋਵੇ ਤਾਂ ਅੱਗੇ ਲੋਕ ਕੋਠਿਆਂ 'ਤੇ ਬਹਿ ਕੇ ਸੁਣਨ ਲੱਗ ਜਾਂਦੇ ਸੀ। ਇੰਨੀਆਂ ਮਨ ਨੂੰ ਮਾਰਾਂ ਪੈਂਦੀਆਂ। ਮਨ ਦੀ ਹਉਮੈ ਕੱਢਣ ਵਾਸਤੇ ਇਹ ਗੁਰਬਾਣੀ ਦੇ ਤੀਰ ਜਿਹੜੇ ਮਾਰੂ ਰਾਗ ਦੇ ਵਿੱਚ ਛੱਡੇ ਗਏ ਆ, ਬੜੀ ਛੇਤੀ ਅਸਰ ਕਰਦੇ ਆ ਮਨੁੱਖ ਦੇ ਮਨ 'ਤੇ। ਸੋ ਮਾਰੂ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਜੀ ਦਾ ਫਰਮਾਨ ਕੀਤਾ ਹੋਇਆ ਸ਼ਬਦ ਆ। ਸ਼ਬਦ ਨੂੰ ਸਮਝਣ ਤੋਂ ਪਹਿਲਾਂ ਬਈ ਕੋਈ ਭੁਲੇਖਾ ਨਾ ਪੈ ਜਾਵੇ, ਸਾਨੂੰ ਰਹਾਉ ਦੀ ਪੰਗਤੀ ਨੂੰ ਸਮਝਣਾ ਬਹੁਤ ਜ਼ਰੂਰੀ ਹੁੰਦਾ। ਉਹਦੇ ਆਲੇ ਦੁਆਲੇ ਸ਼ਬਦ ਦੀ ਵਿਚਾਰ ਹੁੰਦੀ ਹੈ। ਰਹਾਉ ਦੀ ਪੰਗਤੀ ਹੈ ਗੁਰਮੁਖ ਪਿਆਰਿਓ, ਚਿੱਤ ਚੇਤਸ ਕੀ ਨਹੀਂ ਬਾਬਰਿਆ, ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ। ਐ ਮੇਰੇ ਮੂਰਖ ਮਨਾ, ਤੂੰ ਪਰਮਾਤਮਾ ਨੂੰ ਚੇਤੇ ਕਿਉਂ ਨਹੀਂ ਕਰਦਾ। ਹਰ ਵਿਸਰਤ, ਪਰਮਾਤਮਾ ਤੋਂ ਭੁੱਲ ਕੇ, ਪਰਮਾਤਮਾ ਤੋਂ ਦੂਰੀ ਪੈ ਕੇ ਤੇਰੇ ਅੰਦਰ ਕੀ ਕਿਰਿਆ ਹੁੰਦੀ ਹੈ ਜਿਹੜੀ ਤੈਨੂੰ ਪਤਾ ਹੀ ਨਹੀਂ। ਤੇਰੇ ਗੁਣ ਗਲ ਜਾਂਦੇ ਆ। ਤੇਰੇ ਅੰਦਰ ਸ਼ੁਭ ਗੁਣਾਂ ਦਾ ਭੰਡਾਰ ਆ ਗੁਰਮੁਖ ਪਿਆਰਿਆ। ਜੇ ਤੂੰ ਗੁਰੂ ਨਾਲ ਜੁੜ ਜਾਵੇਂਗਾ ਤਾਂ ਉਹ ਪ੍ਰਗਟ ਹੋ ਜਾਣਗੇ, ਤੇ ਜੇ ਗੁਰੂ ਨਾਲ ਨਾ ਜੁੜੇਗਾ ਤੇ ਉਹ ਗਲ ਜਾਣਗੇ। ਔਗਣਾਂ ਦੇ ਵਿੱਚ ਆਪਣਾ ਜੀਵਨ ਬਤੀਤ ਕਰਕੇ ਇੱਥੋਂ ਚਲਿਆ ਜਾਵੇਗਾ। ਭਾਵ ਕਿ ਜੇ ਤਾਂ ਅਸੀਂ ਗੁਰਬਾਣੀ ਨਾਲ ਜੁੜ ਜਾਂਦੇ ਹਾਂ ਗੁਰਮੁਖ ਪਿਆਰਿਓ, ਫਿਰ ਤਾਂ ਜਿਹੜਾ ਹੈ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਰ। ਫਿਰ ਤਾਂ ਬਣ ਜਾਂਦੇ ਆ ਦੇਵਤੇ, ਚੰਗੇ ਇਨਸਾਨ, ਵਧੀਆ ਤੋਂ ਵਧੀਆ ਇਨਸਾਨ, ਤੇ ਆਪਣੇ ਆਪ ਦਾ ਪੂਰਾ ਫਿਕਰ। ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ, ਆਪਣੜਾ ਗਿਰੀਬਾਨ ਮਹਿ ਸਿਰ ਨੀਵਾਂ ਕਰ ਦੇਖ। ਅਗਰ ਨਹੀਂ ਜੁੜਦੇ ਫਿਰ ਕਰਤੂਤ ਪਸ਼ੂ ਕੀ, ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ। ਇਹ ਜਿਹੜਾ ਸ਼ਬਦ ਹੈ, ਇਹ ਸ਼ਬਦ ਇਹ ਵੀ ਇਸ ਤਰ੍ਹਾਂ ਵੀ ਸਾਖੀ ਆਉਂਦੀ ਹੈ। ਤੀਜੇ ਪਾਤਸ਼ਾਹ ਜੀ ਘੱਟੋ ਘੱਟ 20 ਸਾਲ ਹਰਿਦੁਆਰ ਸੰਗਤ ਲੈ ਕੇ ਜਾਂਦੇ ਰਹੇ ਗੁਰਮੁਖ ਪਿਆਰਿਓ। ਜਦੋਂ ਜਾਂਦੇ ਰਹੇ 21ਵੀਂ ਵਾਰੀ ਗਏ, ਬੜੀ ਸੇਵਾ ਕਰਦੇ ਸੀ। ਬਾਹਰਲੀ ਸੰਗਤ ਬਹੁਤ ਜੁੜੀ ਹੋਈ ਸੀ। ਉਹ ਸਾਰੇ ਕਾਰਜ ਕਰਦੇ ਸੀ ਜੋ ਉਸ ਸਮੇਂ ਦੇ ਇੱਕ ਧਰਮੀ ਮਨੁੱਖ ਨੂੰ ਕਰਨੇ ਚਾਹੀਦੇ ਆ। ਇੱਕ ਵਾਰੀ ਦੀ ਗੱਲ ਆ, ਜਦੋਂ 20ਵੀਂ 21ਵੀਂ ਵਾਰੀ ਜਾ ਕੇ ਵਾਪਸ ਆਏ ਤਾਂ ਉੱਥੇ ਪਿਆਰ ਪੈ ਗਿਆ ਕਿਸੇ ਗੁਰਮੁਖ ਪਿਆਰੇ ਦੇ ਨਾਲ, ਜਿਹੜਾ ਉਹਨਾਂ ਦੇ ਹੱਥ ਦੀ ਪ੍ਰਸ਼ਾਦਾ ਛਕਣ ਲੱਗ ਗਿਆ। ਪਹਿਲਾਂ ਕਿਸੇ ਦੇ ਹੱਥੋਂ ਪ੍ਰਸ਼ਾਦਾ ਨਹੀਂ ਛਕਦਾ ਸੀ, ਉਹ ਬ੍ਰਹਮਚਾਰੀ ਸੀ, ਤੇ ਉਹਦੇ ਨਾਲ ਪਿਆਰ ਪੈ ਗਿਆ ਤੇ ਉਹ ਵਾਪਸ ਆਉਂਦਾ ਹੋਇਆ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਕੋਲ ਠਹਿਰ ਗਿਆ। ਠਹਿਰ ਕੇ ਗੱਲਾਂ ਬਾਤਾਂ ਕਰਨ ਲੱਗ ਗਏ। ਗੱਲਾਂ ਚੱਲੀਆਂ ਤਾਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਉਹਨੇ ਪੁੱਛਿਆ ਵੀ ਤੇਰਾ ਗੁਰੂ ਕੌਣ ਆ? ਤੂੰ ਇਨਸਾਨ ਪੁਰਖਾ ਬੜਾ ਚੰਗਾ, ਬੜੀ ਭਾਵਨਾ ਤੇਰੇ ਅੰਦਰ, ਬੜੀ ਸੇਵਾ ਕਰਦਾ, ਪਰ ਤੇਰਾ ਗੁਰੂ ਕੌਣ ਆ? ਤਾਂ ਗੁਰੂ ਅਮਰਦਾਸ ਜੀ ਕਹਿੰਦੇ ਵੀ ਆ ਤਾਂ ਗੁਰੂ ਤਾਂ ਮੈਂ ਹਲੇ ਤੱਕ ਧਾਰਨ ਕੀਤਾ ਨਹੀਂ। ਜੇ ਤਾਂ ਉਹ ਹੁੰਦਾ ਲਿਪਾ ਪੋਚੀ ਕਰਨ ਵਾਲਾ ਗੁਰਮੁਖ ਪਿਆਰਿਓ, ਫਿਰ ਤਾਂ ਉਹ ਕਹਿੰਦਾ ਕੋਈ ਗੱਲ ਨਹੀਂ ਗੁਰਮੁਖਾ, ਸੇਵਾ ਬਹੁਤ ਕਰਦਾ ਗੁਰੂ ਦੀ, ਕੋਈ ਨਾ ਜੇ ਨਹੀਂ ਧਾਰਨ ਕੀਤਾ ਤਾਂ। ਪਰ ਉਹ ਸੀ ਚੰਗਾ ਇਨਸਾਨ, ਉਹ ਭੁੜਕ ਪਿਆ,
ਉਹ ਕਹਿੰਦਾ ਵੀ ਮੈਂ ਤਾਂ ਤੇਰੇ ਕੋਲ ਬੈਠ ਨਹੀਂ ਸਕਦਾ, ਮੈਂ ਤਾਂ ਹੁਣੇ ਹੀ ਜਾਣਾ। ਜਿਹਨੇ ਗੁਰੂ ਧਾਰਨ ਨਹੀਂ ਕੀਤਾ ਉਹ ਇਨਸਾਨ ਆ ਕੋਈ ਇਸ ਤਰ੍ਹਾਂ ਦੀਆਂ ਗੱਲਾਂ ਮੰਨ ਲਓ ਤਿੱਖੇ ਬਚਨ ਕਹੇ। ਤਿੱਖੇ ਬਚਨ ਹੀ ਮਨ ਨੂੰ ਜਦੋਂ ਲੱਗਦੇ ਆ ਗੁਰਮੁਖ ਪਿਆਰਿਓ, ਫਿਰ ਮਨ ਬਦਲਦਾ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਚੈਨ ਨਹੀਂ ਆਈ, ਸਾਰੀ ਰਾਤ ਟਿਕਾ ਨਹੀਂ ਆਇਆ। ਉਹ ਬ੍ਰਹਮਚਾਰੀ ਸੀ ਜਿਹੜਾ, ਉਹ ਚਲਿਆ ਗਿਆ। ਅੰਮ੍ਰਿਤ ਵੇਲੇ ਉੱਠ ਕੇ ਬੇਚੈਨ ਅਵਸਥਾ ਦੇ ਵਿੱਚ ਤੁਰੇ ਫਿਰਦੇ ਆ। ਤਾਂ ਕਿਹਾ ਜਾਂਦਾ ਬੀਬੀ ਅਮਰੋ ਜੀ ਉਹਨਾਂ ਦੀ ਨੂੰਹ ਸੀ ਜਿਹੜੀ, ਉਹ ਬਾਣੀ ਪੜ੍ਹਦੀ ਸੀ। ਪਹਿਲਾਂ ਬੀਬੀਆਂ ਬਾਣੀ ਪੜ੍ਹਦੀਆਂ ਹੁੰਦੀਆਂ ਸੀ, ਨਾਲ ਜਿਹੜਾ ਘਰ ਦੇ ਕੰਮ ਕਰੀ ਜਾਣੇ, ਦੁੱਧ ਰਿੜਕੀ ਜਾਣਾ। ਇਹ ਸ਼ਬਦ ਪੜ੍ਹ ਰਹੀ ਸੀ। ਜਦੋਂ ਇਹ ਸ਼ਬਦ ਨੂੰ ਪੜ੍ਹਿਆ ਇੰਨੇ ਪਿਆਰ ਨਾਲ, ਰਸ ਨਾਲ, ਇਹਦਾ ਮਤਲਬ ਉਦੋਂ ਲੋਕ ਗੁਰਬਾਣੀ ਦੇ ਅਰਥਾਂ ਨੂੰ ਵੀ ਸਮਝਦੇ ਸੀ। ਜਦੋਂ ਪੜ੍ਹਿਆ, ਜਦੋਂ ਪਤਾ ਲੱਗਿਆ ਬਈ ਜੇ ਕਿਤੇ ਗੁਰੂ ਵਧੀਆ ਮਿਲ ਜਾਵੇ ਮਨੁੱਖ ਦਾ ਜੀਵਨ ਬਦਲ ਸਕਦਾ, ਉੱਥੇ ਹੀ ਗੁਰੂ ਅਮਰਦਾਸ ਜੀ ਕਹਿੰਦੇ ਚੱਲ ਪੁੱਤਰੀ ਇਹ ਕਲਾਮ ਕਿਹਦਾ, ਸ਼ਬਦ ਕਿਹਦਾ? ਤਾਂ ਕਿਹਾ ਮੇਰੇ ਪਿਤਾ ਜੀ ਦੂਜੇ ਪਾਤਸ਼ਾਹ ਜੋ ਗੱਦੀ 'ਤੇ ਬੈਠੇ ਆ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਗਿਆਨ ਆ ਇਹ ਸਾਰਾ, ਉਹਨਾਂ ਦਾ ਚਲਾਇਆ ਹੋਇਆ ਇਹ ਪੰਥ ਆ, ਇਹ ਰਸਤਾ। ਤਾਂ ਕਹਿੰਦੇ ਉਦੋਂ ਹੀ ਸਵੇਰ ਵੇਲੇ ਹੀ ਆਪਣੀ ਨੂੰਹ ਨੂੰ, ਬੀਬੀ ਅਮਰੋ ਨੂੰ ਲੈ ਕੇ ਗੁਰੂ ਜੀ ਕੋਲ ਪਹੁੰਚ ਗਏ ਅਤੇ ਫਿਰ ਸੇਵਾ ਕੀਤੀ। ਜਦੋਂ ਉੱਧਰਲੇ ਪਾਸਿਓਂ ਮਨ ਬਦਲਿਆ ਅਤੇ ਇੱਧਰਲੇ ਪਾਸੇ ਆ ਕੇ ਗੁਰੂ ਬਣੇ। ਭਾਵ ਸਾਡਾ ਵੀ ਅੱਜ ਮਨ ਬਦਲ ਸਕਦਾ। ਬਹੁਤ ਡੂੰਘਾ ਸ਼ਬਦ ਆ, ਕਿਵੇਂ ਲੇਖਾ ਬਣਦਾ ਸਾਰਾ ਸਮਝਾਇਆ ਗਿਆ। ਆਓ ਸਰਵਣ ਕਰੀਏ ਜੀ। ਕਰਨੀ ਕਾਗਦ ਮਨ ਮਸਬਾਣੀ, ਬੁਰਾ ਭਲਾ ਦੋਏ ਲੇਖ ਪਏ। ਲੈ ਭਾਈ ਗੁਰਮੁਖ ਪਿਆਰਿਆ, ਉਹ ਪ੍ਰਮਾਤਮਾ ਵਾਹਿਗੁਰੂ ਨੇ ਤੈਨੂੰ ਜਨਮ ਦੇ ਦਿੱਤਾ। ਜਨਮ ਦੇ ਕੇ ਤੈਨੂੰ ਤੇਰੇ ਕੋਲੇ ਕੋਰਾ ਕਾਗਜ਼ ਦੇ ਦਿੱਤਾ। ਕਰਨੀ ਕਾਗਦ, ਇਹ ਜਿਹੜੀ ਤੇਰੀ ਉਮਰ ਆ ਨਾ, ਜਿਹੜੇ ਤੂੰ ਕੰਮ ਕਰੇਗਾ ਇਹ ਲਿਖੇ ਜਾਣਗੇ ਤੇਰੇ ਹਿਰਦੇ ਦੇ ਉੱਪਰ। ਚੰਗੇ ਕੰਮ ਕਰੇਗਾ, ਚੰਗਿਆਈਆਂ ਬੁਰਿਆਈਆਂ ਵਾਚੈ ਵਾਚੀਆਂ ਜਾ ਰਹੀਆਂ ਹਨ। ਵਾਚੈ ਧਰਮ, ਧਰਮ ਦੀ ਤੱਕੜੀ ਨਾ, ਸਿਫਾਰਿਸ਼ ਵੀ ਨਹੀਂ ਲੱਗਣੀ। ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜਾ ਕੇ ਦੂਰ। ਹੁਣ ਉਹ ਪਰਮਾਤਮਾ ਨੇ ਤੈਨੂੰ ਜੀਵਨ ਦੇ ਦਿੱਤਾ। ਉਹਨੇ ਤੈਨੂੰ ਜਿਹੜਾ ਇੰਨੀ ਸੋਹਣੀ ਕਾਇਆ ਬਖਸ਼ ਦਿੱਤੀ, ਇਹਦੇ ਵਿੱਚ ਹੁਣ ਤੂੰ ਚੰਗੇ ਕਰਮ ਕਰਨੇ ਆ, ਆਪਣਾ ਲੇਖਾ ਆਪਦੇ ਹੱਥੀਂ ਬਣਾਉਣਾ। ਇਹ ਸਮਝ ਲੈ, ਕਰਨੀ ਕਾਗਦ, ਜੋ ਤੂੰ ਕੰਮ ਕਰੇਗਾ ਉਹ ਤੂੰ ਭਾਵੇਂ ਦੁਨੀਆ ਤੋਂ ਜਿੰਨੇ ਮਰਜ਼ੀ ਛੁਪਾ ਲਈ, ਉਹ ਪਰਮਾਤਮਾ ਤੋਂ ਛੁਪਾ ਨਹੀਂ ਸਕਦਾ। ਉਹ ਕਾਗਜ਼ 'ਤੇ ਤੇਰੇ ਲਿਖੇ ਜਾਣਗੇ, ਉਹ ਲੇਖਾ ਬਣੂਗਾ। ਮਨ ਮਸਬਾਣੀ, ਮਨ ਕੀ ਹੈ? ਮਨ ਦਵਾਤ ਲਿਖੂਗਾ ਕੌਣ? ਮਨ। ਜੇ ਮਨ ਨੂੰ ਸਮਝਾ ਲੇਗਾ, ਮਨ ਚੰਗਾ ਹੋਊਗਾ, ਗੁਰੂ ਦੇ ਨਾਲ ਜੁੜ ਗਿਆ, ਗੁਰਮੁਖ ਮਨ ਬਣ ਗਿਆ, ਫਿਰ ਤਾਂ ਚੰਗੇ ਕਰਮ ਲਿਖੂਗਾ। ਜੇ ਮਨਮੁਖ ਮਨ ਰਹਿ ਗਿਆ, ਫਿਰ ਬੁਰੇ ਕਰਮ ਲਿਖੂਗਾ ਮਨ। ਕਰਨੀ ਕਾਗਦ ਮਨ ਮਸਬਾਣੀ, ਬੁਰਾ ਭਲਾ ਦੋਏ ਲੇਖ ਪਏ। ਇਹ ਤੇਰੇ ਹੱਥ ਦੇ ਵਿੱਚ ਛੱਡ ਦਿੱਤਾ ਪਰਮਾਤਮਾ ਨੇ। ਲੈ ਭਾਈ, ਤੈਨੂੰ ਦਿਮਾਗ ਵੀ ਦੇ ਦਿੱਤਾ, ਤੈਨੂੰ ਸਾਰਾ ਕੁਝ ਦੇ, ਅਕਲ ਮਤ। ਇਹ ਤੂੰ ਹੁਣ ਜਿਹੜਾ ਹੋਰ ਕੰਮ ਕਰਨਾ ਸੀ, ਉਹ ਹੋਰ ਗਿਆਨ ਪ੍ਰਾਪਤ ਕਰਨਾ ਸੀ ਗੁਰੂ ਤੋਂ, ਉਹ ਤੂੰ ਕੀਤਾ ਨਹੀਂ ਤਾਂ ਬੁਰੇ ਲੇਖ ਲਿਖ ਲੇਗਾ। ਜੋ ਗਿਆਨ ਮੁਤਾਬਕ ਆਪਣਾ ਜੀਵਨ ਬਤੀਤ ਕਰੇਗਾ ਤਾਂ ਭਲੇ ਲੇਖ ਲਿਖੇ ਜਾਣਗੇ। ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਐ, ਤੋ ਗੁਣ ਨਾਹੀ ਅੰਤ ਹਰੇ। ਇਹ ਲੇਖ ਲਿਖਦਾ ਮਨ। ਹੁਣ ਮਨ ਜਿਹੋ ਜਿਹੇ ਮਾਹੌਲ 'ਚ ਰਹਿੰਦਾ, ਜਿਹੋ ਜਿਹਾ ਸੁਣਦਾ ਦੇਖਦਾ, ਉਹੋ ਜਿਹਾ ਇਹ ਬਣਦਾ ਜਾਂਦਾ। ਦੇਖੋ, ਇੱਕ ਬੱਚਾ ਕਦੇ ਵੀ ਵਿਗੜਿਆ ਨਹੀਂ ਹੁੰਦਾ। ਹੁਣ ਬੱਚਾ ਜਿਹੋ ਜਿਹੇ ਮਾਹੌਲ 'ਚ ਰਹੂਗਾ, ਜਿਹੋ ਜਿਹਾ ਸੁਣੂਗਾ ਦੇਖੂਗਾ, ਜਿਹੋ ਜਿਹਾ ਆਲਾ ਦੁਆਲਾ ਹੋਊਗਾ, ਉਹੋ ਜਿਹਾ ਉਹਨੇ ਬਣ ਜਾਣਾ। ਇਸੇ ਤਰ੍ਹਾਂ ਮਨ ਰੂਪੀ ਬੱਚਾ ਜੋ ਆਲੇ ਦੁਆਲੇ ਸੁਣੂਗਾ ਦੇਖੂਗਾ, ਉਹੋ ਜਿਹਾ ਬਣ ਜੂ, ਉਹੋ ਜਿਹਾ ਸੁਭਾਅ ਬਣ ਜੂ। ਸੁਭਾਅ ਫਿਰ ਬਦਲਣਾ, ਜਿਹੜਾ ਸੁਭਾਅ ਤੋਂ ਬਾਅਦ ਆਦਤ ਆ, ਆਦਤ ਬਦਲਣੀ ਫਿਰ ਮੁਸ਼ਕਿਲ ਹੋ ਜਾਂਦੀ ਹੈ। ਬਹੁਤ ਕੰਮ ਕਰਨਾ ਪੈਂਦਾ, ਬਦਲਿਆ ਜਾ ਸਕਦਾ, ਅੱਗੇ ਗੁਰੂ ਜੀ ਸਮਝਾਉਣਗੇ, ਪਰ ਮਿਹਨਤ ਦਾ ਕੰਮ ਆ। ਮਨੁੱਖ ਤੋਂ ਜਿਹੜਾ ਉਹ ਹੁੰਦਾ ਨਹੀਂ, ਉੱਪਰੋਂ ਫਿਰ ਜਿਹੜਾ ਹੈ ਲਿਪਾ ਪੋਚੀ ਕਰਨ ਲੱਗ ਜਾਂਦਾ ਮਨੁੱਖ। ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਐ, ਤੋ ਗੁਣ ਨਾਹੀ ਅੰਤ ਹਰੇ। ਜੇ ਕਿਤੇ ਇਹ ਮਨੁੱਖ, ਇਹ ਗੁਰਮੁਖ ਪਿਆਰਿਆ, ਤੂੰ ਗੁਰੂ ਦੇ ਨਾਲ ਜੁੜ ਜਾਵੇਂ ਨਾ, ਫਿਰ ਤੇਰਾ ਸੁਭਾਅ ਵਧੀਆ ਬਣ ਜੂਗਾ, ਤੇ ਫਿਰ ਤੇਰੇ ਅੰਦਰ ਗੁਣ ਆ ਜਿਹੜੇ
ਪ੍ਰਗਟ ਹੋ ਜਾਣਗੇ, ਪੈਦਾ ਹੋ ਜਾਣਗੇ। ਐਂ ਸਮਝ ਲਈਏ ਵੀ 5 ਔਗਣ ਆ ਬੰਦੇ ਦੇ ਅੰਦਰ, 5 ਗੁਣ ਆ। ਹੁਣ ਜੇ ਤਾਂ ਇੱਕ ਗੁਣ ਖਤਮ ਹੋ ਗਿਆ, 6 ਔਗਣ ਬਣ ਗਏ, 6-4 ਦੀ ਰੇਸ਼ੋ ਬਣ ਗਈ। ਫਿਰ ਔਗਣ ਦੱਬੇ ਗਏ ਤੇ ਵਾਹਿਗੁਰੂ ਗੁਣ ਦੱਬੇ ਗਏ, ਔਗਣ ਵਧੀ ਗਏ। ਹੁਣ ਗੁਰੂ ਦੇ ਨਾਲ ਜਦੋਂ ਮਨੁੱਖ ਜੁੜਦਾ, ਫਿਰ ਇੱਕ ਔਗਣ ਖਤਮ ਹੋਣ ਲੱਗਦਾ ਤੇ ਫਿਰ ਗੁਣ ਵਧਣਾ ਸ਼ੁਰੂ ਹੋ ਜਾਂਦਾ, ਗੁਣਾਂ ਦੀ ਰੇਸ਼ੋ ਆ ਵਧਣੀ ਸ਼ੁਰੂ ਹੋ ਜਾਂਦੀ ਹੈ। ਇਹਨੂੰ ਕਹਿੰਦੇ ਆ ਮਨੁੱਖ ਦਾ ਸੁਭਾਅ ਬਦਲ ਗਿਆ, ਮਨੁੱਖ ਮਨਮੁਖ ਤੋਂ ਗੁਰਮੁਖ ਹੋ ਗਿਆ, ਮਨੁੱਖ ਆਪਣੇ ਆਪ ਦਾ ਧਿਆਨ ਰੱਖਣ ਲੱਗ ਗਿਆ। ਜਿੱਥੋਂ ਮਨੁੱਖ ਨੂੰ ਪਤਾ ਲੱਗਦਾ ਵੀ ਆਹ ਕਰਮ ਬੁਰਾ, ਉੱਥੋਂ ਆਪਣੇ ਆਪ ਨੂੰ ਬਚਾਉਣ ਲੱਗ ਗਿਆ, ਰੋਕਣ ਲੱਗ ਗਿਆ, ਸਪਸ਼ਟਤਾ ਆ ਗਈ ਅੰਦਰ। ਇਹ ਸਾਰਾ ਕੁਝ ਗੁਰੂ ਦੇ ਗਿਆਨ ਨਾਲ ਆਉਂਦਾ ਭਾਈ। ਜਿਉਂ-ਜਿਉਂ ਕਿਰਤ ਚਲਾਏ ਤਿਉ ਚੱਲੀਏ, ਤਉ ਗੁਣ ਨਾਹੀ ਅੰਤ ਹਰੇ। ਉਹਦੇ ਗੁਣਾਂ ਦਾ ਅੰਤ ਨਹੀਂ। ਜੇ ਇੱਕ ਵਾਰੀ ਇੱਧਰ ਨੂੰ ਚੱਲ ਪਈਏ ਨਾ, ਫਿਰ ਅੰਦਰ ਜਦੋਂ ਗੁਣ ਪੈਦਾ ਹੋਣ ਲੱਗ ਜਾਂਦੇ ਆ, ਬਸ ਵੱਧਦੇ ਹੀ ਜਾਂਦੇ ਆ। ਇੱਕ ਵਾਰੀ ਰਾਹ ਲੱਭ ਜਾਵੇ ਇਹ ਗੁਰੂ ਨਾਲ ਜੁੜਨ ਦਾ ਭਾਈ। ਚਿਤ ਚੇਤਸ ਕੀ ਨਹੀਂ ਬਾਬਰਿਆ। ਇਸ ਕਰਕੇ ਭਾਈ ਤੂੰ ਗੁਣ ਵਧਾਉਣੇ ਸੀ। ਐ ਮੇਰੇ ਮਨਾ ਹੁਣ ਆਪਣੇ ਤੇ ਆਉਂਦੀ ਹੈ, ਕਿਉਂਕਿ ਆਪਾਂ ਨੂੰ ਸਮਝਾਇਆ ਜਾ ਰਿਹਾ ਹੁਣ ਆਪਣੇ ਆਪ ਤੇ ਟਿਕਾਉਣਾ ਵੀ ਮੈਂ ਕੀ ਗੁਰਬਾਣੀ ਦੇ ਨਾਲ ਇੰਨਾ ਜੁੜਿਆ ਕਿ ਮੇਰੇ ਔਗਣ ਖਤਮ ਹੋ ਜਾਣ ਤੇ ਮੇਰੇ ਅੰਦਰ ਗੁਣ ਪ੍ਰਗਟ ਹੋ ਜਾਣ। ਕੀ ਤੂੰ ਗੁਰਬਾਣੀ ਨੂੰ ਸਮਝਿਆ, ਪੜ੍ਹਿਆ, ਸੁਣਿਆ, ਆਤਮਿਕ ਇਸ਼ਨਾਨ ਕਰ ਲਿਆ ਕਿ ਨਹੀਂ ਕਰ ਲਿਆ? ਜੇ ਨਹੀਂ ਕਰ ਲਿਆ ਤਾਂ ਫਿਰ ਆਹ ਕੰਮ ਕਰਨ ਵਾਲਾ ਭਾਈ। ਚਿਤ ਚੇਤਸ ਕੀ ਨਹੀਂ ਬਾਬਰਿਆ, ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ। ਨੁਕਸਾਨ ਕੀ ਹੋਵੇਗਾ? ਜੇ ਗੁਰੂ ਨਾਲ ਜੁੜ ਜਾਏਗਾ ਗੁਣ ਪੈਦਾ ਹੋ ਜਾਣਗੇ, ਜੇ ਟੁੱਟ ਜਾਏਗਾ ਗੁਣ ਗਲੇ ਰਹਿਣਗੇ, ਉਹ ਬੀਜ ਪੈਦਾ ਨਹੀਂ ਹੋਊਗਾ ਗੁਣਾਂ ਦਾ। ਰਹਾਉ ਜਾਲੀ ਰੈਨ ਜਾਲ ਦਿਨ ਹੂਆ, ਜੇਤੀ ਘੜੀ ਫਾਹੀ ਤੇਤੀ। ਗੁਰੂ ਨਾਲ ਜੁੜਨ ਤੋਂ ਬਿਨਾਂ, ਗੁਰੂ ਦੇ ਗਿਆਨ ਤੋਂ ਬਿਨਾਂ ਜਾਲੀ ਰੈਨ, ਇਹ ਮੇਰੇ ਮਨਾ, ਇਹ ਮਨੁੱਖ, ਇਹ ਜਾਲ ਬਣਿਆ ਹੋਇਆ ਤੈਨੂੰ ਪੈ ਰਿਹਾ ਮਾਇਆ ਦਾ, ਤਿੰਨਾਂ ਗੁਣਾਂ ਦਾ ਜਾਲ। ਇੱਕ ਤਾਂ ਮਾਤਾ ਦੇ ਗਰਭ ਚੋਂ ਬਾਹਰ ਆ ਕੇ ਜਨਮ ਲੈ ਲਿਆ, ਹੁਣ ਅਸੀਂ ਮਾਇਆ ਦੇ ਗਰਭ ਦੇ ਵਿੱਚ ਆ। ਇਹਦੇ ਵਿੱਚ ਦਿਨੋਂ ਦਿਨ ਜਾਲ ਆ ਜਿਹੜਾ ਸਾਡੇ ਅੰਦਰ ਟਾਈਟ ਹੋ ਰਿਹਾ, ਪੈ ਰਿਹਾ। ਇਹਦੇ ਵਿੱਚੋਂ ਨਿਕਲ ਸਕਦੇ ਆ ਜੇ ਗੁਰੂ ਨਾਲ ਜੁੜ ਜਾਈਏ। ਗੁਰੂ ਨਾਲ ਜੁੜਨ ਤੋਂ ਬਿਨਾਂ ਇਹ ਜਾਲ ਚੋਂ, ਤਿੰਨਾਂ ਗੁਣਾਂ ਦੇ ਚੋਂ ਨਿਕਲਣਾ ਨਾਮੁਮਕਿਨ ਆ ਭਾਈ। ਨਹੀਂ ਕੀ ਹੁੰਦਾ? ਜਾਲੀ ਰੈਨ ਦਿਨ ਰਾਤ, ਜਾਲ ਦਿਨ ਹੁਆ, ਦਿਨ ਤੇ ਰਾਤ ਇਹ ਜਾਲ ਬਣਿਆ ਹੋਇਆ। ਜੇਤੀ ਘੜੀ, ਜਿੰਨੀਆਂ ਘੜੀਆਂ 24 24.5 ਮਿੰਟ ਦੀ ਘੜੀ ਹੁੰਦੀ ਆ, ਫਾਹੀ 33। ਐ ਮਨੁੱਖ ਗੁਰੂ ਦੇ ਗਿਆਨ ਤੋਂ ਬਿਨਾਂ ਜੋ ਤੂੰ ਇਹ ਤਿੰਨਾਂ ਗੁਣਾਂ ਦੇ ਵਿੱਚ ਕਰੀ ਜਾਨਾ, ਇਹ ਤੈਨੂੰ ਜਾਲ ਪੈ ਰਿਹਾ, ਤੇਰੇ ਹੱਥੀਂ ਪੈ ਰਿਹਾ। ਇਹ ਪ੍ਰਮਾਤਮਾ ਨਹੀਂ ਮਨੁੱਖ ਨੂੰ ਫਸਾਉਂਦਾ, ਇਹ ਧਿਆਨ ਰੱਖਿਓ। ਕੋਈ ਪਿਓ ਆਪਦੇ ਪੁੱਤ ਦਾ ਬੁਰਾ ਕਦੇ ਸੋਚ ਸਕਦਾ ਗੁਰਮੁਖ ਪਿਆਰਿਓ? ਉਹ ਜਾਲ ਚੋਂ ਕੱਢਣ ਵਾਸਤੇ ਦਿਨ ਰਾਤ ਪ੍ਰਮਾਤਮਾ ਦੀ ਕੋਸ਼ਿਸ਼ ਹੁੰਦੀ ਹੈ, ਮੇਰੇ ਬੱਚੇ ਨਿਕਲ ਜਾਣ। ਫਿਰ ਉਹ ਕਿਸੇ ਤੇ ਕਿਰਪਾ ਕਰਦਾ, ਗੁਰਮੁਖ ਬਣਦੇ ਆ, ਫਿਰ ਉਹ ਕੋਸ਼ਿਸ਼ ਕਰਦੇ ਆ। ਫਿਰ ਆਪਾਂ ਜਿਹੜਾ ਹੈ ਉਹ ਉਧਰ ਧਿਆਨ ਨਹੀਂ ਉਹਨਾਂ ਦਿੰਦੇ ਤੇ ਉਹ ਮੌਕਾ ਜਿਹੜਾ ਮਿਸ ਹੋ ਜਾਂਦਾ। ਬਾਰ-ਬਾਰ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਆਪਣੇ ਬੱਚਿਆਂ ਨੂੰ ਕੱਢਣਾ ਚਾਹੁੰਦਾ, ਗੁਰੂ ਗਿਆਨ ਦੇ ਕੇ ਕੱਢਣਾ ਚਾਹੁੰਦਾ, ਪਰ ਅਸੀਂ ਇੱਧਰਲੇ ਪਾਸੇ ਨੂੰ ਚੱਲ ਨਹੀਂ ਰਹੇ ਕਿਉਂਕਿ ਸਾਡਾ ਸੁਭਾਅ ਮਾਇਆਵਾਦੀ ਬਣ ਚੁੱਕਿਆ ਭਾਈ। ਸਾਨੂੰ ਫਾਹੀ ਹੋਰ ਟਾਈਟ ਹੋਈ ਜਾਂਦੀ ਹੈ, ਪਈ ਜਾਂਦੀ ਹੈ। ਇਹ ਧਿਆਨ ਆਪਣਾ ਰੱਖਣਾ, ਅਸੀਂ ਫਾਹੀਆਂ ਤੋੜ ਸਕਦੇ ਹਾਂ ਜੇ ਗੁਰੂ ਨਾਲ ਜੁੜ ਜਾਈਏ। ਰਸ ਰਸ ਚੋਗ ਚੁਗ ਹੈ ਨਿਤ ਫਸ ਹੈ। ਹੁਣ ਮਨੁੱਖ ਤਿੰਨਾਂ ਗੁਣਾਂ ਦੇ ਵਿੱਚ ਰਸ ਕੇ ਚੋਗ ਚੁਗਦਾ, ਬਥੇਰਾ ਕੁਝ ਕਰਦਾ। ਮਨ ਚੋਗ ਚੁਗਦਾ, ਬੁਰਾਈਆਂ ਦੇ ਚੁਗਦਾ, ਮਾਇਆ ਦੇ ਚੁਗਦਾ, ਜਿਹੜਾ ਹੈ ਬਸ ਫਸ ਗਿਆ। ਨਿਤ ਫਸ ਹੈ। ਜੋ ਮਨੁੱਖ ਤਿੰਨਾਂ ਗੁਣਾਂ ਦੇ ਵਿੱਚ ਕਰੀ ਜਾਂਦਾ ਉਹ ਸਹੀ ਨਹੀਂ ਹੈ, ਉਹ ਆਪਣੇ ਕਰਮਾਂ 'ਚ ਆਪ ਹੀ ਫਸੀ ਜਾਂਦਾ। ਭਾਵ ਆਪਣਾ ਦੇਖੋ, ਬੱਚਾ ਨਾ ਜਿਹੜਾ, ਉਹ ਬੱਚਾ ਜਿਹੋ ਜਿਹਾ ਪੇਪਰ ਕਰੂਗਾ ਟੀਚਰ ਨੇ ਉਹੋ ਜਿਹੇ ਨੰਬਰ ਦੇ ਦੇਣੇ ਆ। ਜੇ ਮੰਨ ਲਓ ਅਸੀਂ ਪਹਿਲਾਂ ਹੀ ਪੇਪਰ ਹੀ ਚੰਗਾ ਕਰਾਂਗੇ ਤਾਂ ਫਿਰ ਸਾਨੂੰ ਪਤਾ ਲੱਗ ਜੂ ਸਾਡਾ ਪੇਪਰ ਵਧੀਆ ਹੋ ਗਿਆ, ਠੀਕ ਆ, ਪਾਸ ਹੋਵਾਂਗੇ, ਫਿਕਰ ਹੀ ਨਹੀਂ ਕੋਈ। ਇਸੇ ਤਰ੍ਹਾਂ ਜੇ ਅਸੀਂ ਗੁਰੂ ਤੋਂ ਪਾਸਾ ਵੱਟ ਜਾਵਾਂਗੇ ਫਿਰ ਗਿਆਨ ਨਹੀਂ ਹੋਣਾ, ਫਿਰ ਭਾਈ ਫਸੇ ਜਾਵਾਂਗੇ।
ਰਸ ਰਸ ਚੋਗ ਚੁਗਹਿ ਨਿਤ ਫਸੈ। ਮਨੁੱਖ ਚੋਗ ਚੁਗਦਾ, ਦੁਨੀਆਦਾਰੀ ਦੇ ਵਿੱਚ ਫਸਦਾ, ਛੂਟ ਸਮੂੜੇ ਕਵਣ ਗੁਣੀ। ਉਹ ਮੂਰਖਾ, ਕਿਹੜੇ ਗੁਣਾਂ ਨਾਲ ਇੰਨੇ ਔਗਣ ਕਰੀ ਜਾਨਾ। ਹੁਣ ਉਹਦੇ ਬਰਾਬਰ ਗੁਣ ਪੈਦਾ ਕਰਨੇ ਪੈਣਗੇ। ਤੈਨੂੰ ਉਨਾ ਹੀ ਭਾਵ ਜ਼ੋਰ ਲਾਉਣਾ ਪਊਗਾ ਜਿੰਨਾ ਭਾਂਡਾ ਲਿਬੜਿਆ ਹੋਊਗਾ। ਭਰੀਆ ਹੱਥ ਪੈਰ ਤਨ ਦੇ, ਪਾਣੀ ਧੋਤਾ ਉਤਰ ਸਖੇ। ਮੋਤ ਭਲੀਤੇ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ। ਭਰੀਐ ਮਤ ਪਾਪਾਂ ਕੈ ਸੰਗ, ਉਹ ਤੋਂ ਪਹਿਨਾਵੈ ਕੈ ਰੰਗ। ਇਸੇ ਕਰਕੇ ਬੇਨਤੀ ਕਰਦਾ ਹੁੰਨਾ ਮੈਂ ਵੀ ਬੱਚੇ ਹੀ ਆ ਨਾ ਜਿਹੜੇ, ਇਹਨਾਂ ਨੂੰ ਬਹੁਤ ਥੋੜ੍ਹੀ ਲੋੜ ਹੈ, ਜਾਣੀ ਥੋੜ੍ਹੇ ਜਿਹੇ ਨਾਲ ਹੀ ਇੱਧਰ ਨੂੰ ਚੱਲ ਸਕਦੇ ਆ। ਜਿਹੜੇ ਸਾਡੇ ਵਰਗਿਆਂ ਦੇ 50+ ਆ, ਉਹ ਭਾਈ ਸੁਭਾਅ ਜਿਹੜੇ ਆ ਉਹੋ ਜਿਹੇ ਬਣ ਜਾਂਦੇ ਆ। ਫਿਰ ਜਿੰਨਾ ਜਾਣੀ ਮੰਨ ਲਓ ਇੱਧਰਲੇ ਪਾਸੇ ਨੂੰ ਪੱਕ ਜੂ ਬੰਦਾ, ਉਨਾ ਹੀ ਮੁੜਨਾ ਔਖਾ। ਹੁਣ ਇੱਥੇ ਸਾਨੂੰ ਸਮਝਾਇਆ ਗਿਆ, ਸਾਰਿਆਂ ਨੂੰ ਇਹ ਅਕਲ ਮਤ ਗਿਆਨ ਦਿੱਤਾ ਜਾ ਰਿਹਾ, ਭਾਈ ਮੁੜ ਪਈਏ ਮੁੜ ਪਈਏ। ਜਿੰਨੇ ਇੱਧਰਲੇ ਪਾਸੇ ਨੂੰ ਵਧੀ ਜਾਵਾਂਗੇ ਉਨਾ ਮੁੜਨਾ ਮੁਸ਼ਕਲ ਹੋ ਜਾਵੇਗਾ। ਰਸ ਰਸ ਚੋਗ ਚੁਗਹਿ ਨਿਤ ਫਸਹਿ, ਛੂਟ ਸਮੂੜੇ ਕਵਣ ਗੁਣੀ। ਕਾਇਆ ਆਰਣ ਮਨ ਵਿੱਚ ਲੋਹਾ। ਵਿਸ਼ਰਾਮਾਂ ਦਾ ਧਿਆਨ ਬਹੁਤ ਰੱਖਣਾ ਜ਼ਰੂਰੀ ਹੈ ਗੁਰਬਾਣੀ ਦੇ ਵਿੱਚ। ਗੁਰਮੁਖ ਪਿਆਰਿਓ, ਜਿਵੇਂ ਆਪਾਂ ਕਹੀਏ ਬਈ ਰੋਕੋ ਨਾ ਜਾਣ ਦਿਓ, ਵਿਸ਼ਰਾਮ ਨਹੀਂ ਕੰਮ ਕਰ ਜਾਣਾ। ਰੋਕੋ ਤੇ ਲਾਤਾ, ਰੋਕੋ ਨਾ ਜਾਣ ਦਿਓ। ਅਗਰ ਲਾਤਾ ਰੋਕੋ ਨਾ ਜਾਣ ਦਿਓ, ਉਲਟ ਹੋ ਗਿਆ। ਇੱਕ ਵਿਸ਼ਰਾਮ ਨਹੀਂ, ਸਾਰੇ ਅਰਥ ਭਾਵ ਬਦਲਤੇ। ਇਸੇ ਤਰ੍ਹਾਂ ਗੁਰਬਾਣੀ ਦੇ ਵਿੱਚ ਵੀ ਵਿਸ਼ਰਾਮ ਸਮਝ ਸਮਝ ਕੇ ਗੁਰਬਾਣੀ ਨੂੰ ਪੜ੍ਹਨਾ ਬਹੁਤ ਜ਼ਰੂਰੀ ਆ। ਉਨਾ ਹੀ ਆਨੰਦ ਆਉਂਦਾ ਗੁਰਮੁਖ ਪਿਆਰਿਓ ਜੇ ਵਿਸ਼ਰਾਮ ਲੈਣੇ ਆ ਗਏ। ਕਾਇਆ ਆਰਣ, ਇੱਥੇ ਵਿਸ਼ਰਾਮ ਆ। ਮਨ ਵਿੱਚ ਲੋਹਾ। ਹੁਣ ਕਾਇਆ ਕੀ ਆ ਸਾਡੀ? ਇਹ ਆਰਣ ਬਣੀ ਹੋਈ ਆ ਭੱਠੀ। ਮਨ ਵਿੱਚ ਲੋਹਾ, ਇਹ ਮਾਨਾ ਵਿੱਚ ਜਿਹੜਾ ਇਹ ਲੋਹਾ ਭੱਠੀ ਦੇ ਵਿੱਚ ਪਿਆ ਹੋਇਆ, ਮਨ ਰੂਪੀ ਲੋਹਾ। ਅੱਗ ਬਲ ਰਹੀ ਹੈ ਭੱਠੀ ਦੇ ਵਿੱਚ। ਪੰਜ ਅਗਨ ਤਿਤ ਲਾਗ ਰਹੀ, ਇਹ ਮਨ ਭੱਠੀ ਦੇ ਵਿੱਚ ਪਿਆ ਹੋਇਆ। ਅੱਗ ਵੀ ਜਿਹੜੀ ਇੱਕ ਪ੍ਰਕਾਰ ਦੀ ਨਹੀਂ, 5 ਪ੍ਰਕਾਰ ਦੀਆਂ ਅੱਗਾਂ ਲੱਟ ਲੱਟ ਬਲੀ ਜਾਂਦੀਆਂ। ਤਿਤ ਲਾਗ ਰਹੀ, ਇਹ ਅੱਗ ਦੇ ਵਿੱਚ ਮਨ ਮੇਰਾ ਫਸਿਆ ਹੋਇਆ ਹੈ। ਕੋਇਲੇ ਪਾਪ ਪੜੇ ਤਿਸ ਉੱਪਰ, ਮਨ ਜਲਿਆ ਸੰਨੀ ਚਿੰਤ ਭਈ। ਕੋਇਲੇ ਪਾਪ, ਉਲਟਾ ਕੀ ਹੁੰਦਾ? ਗੁਰੂ ਦੇ ਗਿਆਨ ਤੋਂ ਬਿਨਾਂ ਇਸ ਤਰ੍ਹਾਂ ਹੋ ਜਾਂਦਾ। ਕਾਇਆ ਰੂਪੀ ਭੱਠੀ ਦੇ ਵਿੱਚ ਮਨ ਲੋਹਾ ਸੜ ਰਿਹਾ ਪਿਆ। ਉੱਤੋਂ ਕੀ ਆ, ਜਿਹੜੇ ਭੱਠੀ ਦੇ ਵਿੱਚ ਕੋਇਲੇ ਪੈਣੇ ਆ, ਜਦੋਂ ਕੋਲੇ ਖਤਮ ਹੋ ਜਾਂਦੇ ਆ ਤਾਂ ਉਹ ਅੱਗ ਬੁਝਣ ਲੱਗਦੀ ਹੈ। ਤਾਂ ਮਨੁੱਖ ਪਾਪਾਂ ਰੂਪੀ ਕੋਇਲੇ ਹੋਰ ਪਾ ਲੈਂਦਾ। ਕੋਇਲੇ ਪਾਪ। ਕਬੀਰਾ ਜਹਾਂ ਗਿਆਨ ਤਹ ਧਰਮ ਹੈ, ਜਹਾਂ ਝੂਠ ਤਹ ਪਾਪ। ਜਿੱਥੇ ਗੁਰਬਾਣੀ ਦਾ ਸੱਚ ਆ ਉੱਥੇ ਤਾਂ ਪੁੰਨ ਆ ਭਾਈ। ਜਿੱਥੇ ਗੁਰਬਾਣੀ ਤੋਂ ਉਲਟ ਗੱਲਾਂ ਉੱਥੇ ਪਾਪ ਆ। ਕਈ ਵਾਰੀ ਅਸੀਂ ਕਹਿੰਦੇ ਹਾਂ ਪਾਪ ਕਰਦੇ ਹੀ ਨਹੀਂ, ਉਹ ਝੂਠ ਪਾਪ ਆ ਅਸਲ ਤਾਂ। ਕਬੀਰਾ ਜਹਾਂ ਗਿਆਨ ਤਹ ਧਰਮ ਹੈ, ਜਹਾਂ ਝੂਠ ਤਹ ਪਾਪ। ਗੁਰਬਾਣੀ ਤੋਂ ਬਿਨਾਂ ਅਸੀਂ ਝੂਠੇ ਹੋ ਜਾਂਦੇ ਆ। ਇਹ ਕੋਲੇ ਸਾਡੇ ਅੰਦਰ ਪਈ ਜਾਂਦੇ ਆ। ਫਿਰ ਕੋਇਲੇ ਪਾਪ ਪੜੇ ਤਿਸ ਉੱਪਰ, ਮਨ ਜਲਿਆ, ਮਨ ਜਲ ਰਿਹਾ, ਬੁਰਾ ਹਾਲ ਹੋਇਆ ਪਿਆ। ਸੰਨੀ ਚਿੰਤ ਭਈ। ਫਿਰ ਕੀ ਹੈ, ਇੱਕ ਚਿੰਤਾ ਦੀ ਸੰਨੀ ਵੀ ਚਾਹੀਦੀ ਹੈ ਨਾ। ਸੀਨ ਬਾਹਰਲਾ ਬਣਾਓ ਨਾ ਪਹਿਲਾਂ। ਇਹ ਜਿਹੜੀ ਆਰਨ ਆ, ਆਰਨ ਦੇ ਵਿੱਚ ਲੋਹਾ ਪਿਆ, ਅੱਗ ਬਲ ਰਹੀ ਆ। ਫਿਰ ਉਹ ਮਨ ਨੂੰ ਜਿਹੜਾ ਲੋਹਾ ਪਿਆ ਅੰਦਰ, ਤੇ ਉਹਨੂੰ ਫਿਰ ਸੰਨੀ ਦੇ ਨਾਲ ਪਲਟਦੇ ਵੀ ਆ। ਉਹ ਲੋਹਾਰ ਆ ਜਿਹੜੇ ਐਂ ਸੰਨੀ ਲੈ ਕੇ ਪਾਸਾ ਪਲਟਦੇ ਆ, ਉਹਦਾ ਵੀ ਹੋਰ ਲਾਲ ਹੋਵੇ, ਇੱਧਰੋਂ ਨਾ ਰਹਿ ਜੇ, ਇੱਧਰੋਂ ਨਾ ਰਹਿ ਜੇ। ਉਹ ਸੰਨੀ ਕਿਹੜੀ ਹੈ? ਉਹ ਚਿੰਤਾ ਦੀ। ਚਿੰਤਾ ਕਹਿੰਦੇ ਚਿਖਾ ਬਰਾਬਰ ਹੁੰਦੀ ਹੈ। ਤੇ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਟਾਈ। ਜੇ ਜੁੜ ਜੀਏ ਮਿਟਾ ਸਕਦੇ ਹਾਂ ਭਾਈ। ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੈ ਤਨੇਹਾ। ਭਇਆ ਮਨੂਰ, ਮਨੂਰ ਹੁੰਦਾ ਬਈ ਜੰਗ ਲੱਗਣਾ। ਜੰਗ ਲੱਗਿਆ ਲੋਹਾ। ਕੰਚਨ ਹੁੰਦਾ ਸੋਨਾ।
ਜੰਗ ਲੱਗਿਆ ਲੋਹਾ ਸੋਨਾ ਹੋ ਸਕਦਾ ਅਗਰ ਪਾਰਸ ਨਾਲ ਜੁੜ ਜਾਵੇ। ਪਾਰਸ ਕਹਿੰਦੇ ਮੈਂ ਨਹੀਂ ਦੇਖਿਆ, ਐਵੇਂ ਮੈਂ ਝੂਠ ਬੋਲਦੇ ਆ, ਕਈ ਉਦਾਹਰਨਾਂ ਹੁੰਦੀਆਂ, ਕਹਿੰਦੇ ਪਾਰਸ ਨਾਲ ਜੇ ਗਲਿਆ ਤੋਂ ਗਲਿਆ ਲੋਹਾ ਵੀ ਲੱਗ ਜਾਵੇ ਤਾਂ ਉਹ ਸੋਨਾ ਬਣ ਜਾਂਦਾ। ਹਾਂ, ਇੱਕ ਪਾਰਸ ਮੈਂ ਦੇਖਿਆ, ਸਾਰਿਆਂ ਦੇ ਸਾਹਮਣੇ ਆ, ਸਾਰੇ ਦੇਖ ਰਹੇ ਆ ਗੁਰੂ ਪਾਰਸ ਆ। ਜਿੱਡਾ ਮਰਜੀ ਗਲਿਆ ਸੜਿਆ ਬੰਦਾ, ਪਾਪਾਂ ਵਾਲਾ ਬੰਦਾ, ਪਰ ਇੱਕ ਸ਼ਰਤ ਆ ਵੀ ਅਬ ਹਮ ਚੱਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਇਹ ਸਾਡੇ ਨਾਲ ਕੁਝ ਹੋ ਰਿਹਾ, ਅੰਦਰ ਦਾ ਸੀਨ ਸਾਨੂੰ ਦਿਖਾਇਆ ਗਿਆ। ਕਾਇਆ ਆਰਣ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ, ਸੰਨੀ ਚਿੰਤ ਭਈ, ਭਇਆ ਮਨੂਰ ਕੰਚਨ ਫਿਰ ਹੋਵੇ। ਲੈ ਵੀ ਇਹ ਗੁਰਮੁਖ ਪਿਆਰਿਆ, ਤੇਰੇ ਕੋਲੇ ਹੁਣ ਚਾਂਸ ਆ ਮੌਕਾ ਨਾ ਖਜਾਲੀ ਮੇਰਾ ਵੀਰ। ਜਿਹੜਾ ਸਮਾਂ ਲੰਘ ਗਿਆ ਨਾ ਉਹ ਹੱਥ ਨਹੀਂ ਆਉਣਾ। ਹੱਥ ਜੋੜ ਕੇ ਬੇਨਤੀ ਹੈ, ਕਿਉਂਕਿ ਜੋ ਪਿੱਛੇ ਅਸੀਂ ਕੀਤਾ ਉਹ ਸਾਹਮਣੇ ਆ ਅੱਜ, ਸਿੱਧੀ ਜੀ ਗੱਲ ਆ, ਦੂਜੀ ਤਾਂ ਗੱਲ ਹੀ ਨਹੀਂ ਕੋਈ। ਕੀ ਆ ਅਸੀਂ ਅੱਜ, ਉਹ ਪਿੱਛੇ ਦਾ ਕਰਕੇ ਆ। ਅਗਰ ਬਦਲਣਾ ਚਾਹੁੰਦੇ ਆ ਤਾਂ ਅੱਜ ਹੁਣ ਹੁਣੇ ਪ੍ਰੈਜੈਂਟ ਬਦਲਣਾ ਪਏਗਾ, ਤਾਂ ਭਵਿੱਖ ਸਵਰੇਗਾ। ਭਇਆ ਮਨੂਰ ਕੰਚਨ ਫਿਰ ਹੋਵੇ। ਜੇ ਕਿਤੇ ਗਲੇ ਸੜਿਆ ਲੋਹਾ, ਮਨ ਰੂਪੀ ਲੋਹਾ ਗੁਰੂ ਨਾਲ ਜੁੜ ਜਾਵੇ ਤਾਂ ਸੋਨਾ ਬਣ ਸਕਦਾ। ਕੰਚਨ ਫਿਰ ਹੋਵੇ ਜੇ ਗੁਰ ਮਿਲੈ ਤਨੇਹਾ, ਗੁਰ ਕੁੰਜੀ ਪਾਹੂ ਨਿਵਲ, ਮਨ ਕੋਠਾ ਧਨ ਛੱਤ, ਨਾਨਕ ਗੁਰ ਬਿਨ ਮਨ ਕਾ ਤਾਕ ਨ ਉਗੜੈ, ਅਵਰ ਨ ਕੁੰਜੀ ਹੱਥ। ਹੋਰ ਕਿਤੋਂ ਨਹੀਂ ਹੋਣਾ ਭਾਈ, ਗੁਰੂ ਨਾਲ ਜੁੜਨਾ ਪੈਣਾ। ਸਿੱਧੀ ਜੀ ਗੱਲ ਆ, ਸਪਸ਼ਟ ਜੀ ਗੱਲ ਆ, ਗੁਰੂ ਤੋਂ ਬਿਨਾਂ ਗਿਆਨ ਹੀ ਹੈ ਨਹੀਂ। ਉਸ ਗਿਆਨ ਤੋਂ ਬਿਨਾਂ ਧਿਆਨ ਨਹੀਂ, ਧਿਆਨ ਤੋਂ ਬਿਨਾਂ ਨਾਮ ਨਹੀਂ, ਨਾਮ ਤੋਂ ਬਿਨਾਂ ਮਿਲਾਪ ਨਹੀਂ, ਮਿਲਾਪ ਤੋਂ ਬਿਨਾਂ ਸਤਿਗੁਰ ਕੇ ਜਨਮੈ ਗਗਨ ਮਟਾਇਆ ਵਾਲਾ ਕਾਰਜ ਨਹੀਂ, ਮਿਲਾਪ ਤੋਂ ਬਿਨਾਂ ਸੁੱਖ ਨਹੀਂ, ਆਨੰਦ ਨਹੀਂ, ਚੌਥਾ ਪਦ ਨਹੀਂ। ਸ਼ੁਰੂਆਤ ਤਾਂ ਇੱਥੋਂ ਹੀ ਹੋਣੀ ਹੈ ਭਾਈ। ਏਕ ਨਾਮ ਅੰਮ੍ਰਿਤ ਓ ਦੇਵੈ, ਤਉ ਨਾਨਕ ਤ੍ਰਿਸ ਟਸ ਦੇਹਾ। ਹੁਣ ਸਾਰਾ ਸੀਨ ਦੇਖੋ, ਮਨ ਦੇ ਵਿੱਚ ਅੱਗ ਬਲ ਰਹੀ ਆ, ਸਾਰਾ ਕੁਝ ਹੋ ਰਿਹਾ, ਤੇ ਜੇ ਕਿਤੇ ਇਹ ਸਾਰਾ ਕੁਝ ਸ਼ਾਂਤ ਕਰਨਾ ਚਾਹੁੰਦੇ ਆ। ਦੂਜੇ ਪਾਸੇ ਇਹ ਵੀ ਸਮਝਾਇਆ ਵੀ ਇਹ ਕੜਾਹਾ ਤਪਤ ਕੜਾਹਾ ਬੁਝ ਗਿਆ, ਗੁਰ ਸੀਤਲ ਨਾਮ ਦਿਓ। ਗੁਰੂ ਨੇ ਨਾਮ ਦੇ ਦਿੱਤਾ। ਨਾਮ ਕੀ ਸੀ? ਆਤਮਿਕ ਗਿਆਨ। ਬਈ ਭਾਈ ਆਏ ਤੂੰ ਫਸ ਰਿਹਾ, ਆਪਣੇ ਆਪ ਤੇ ਪਹਿਰਾ ਦੇ, ਦੇਖ ਤੂੰ ਕਿਤੇ ਗੁਰੂ ਤੋਂ ਟੁੱਟਿਆ ਹੋਇਆ ਤਾਂ ਨਹੀਂ, ਕਿਤੇ ਫਸੀ ਤਾਂ ਨਹੀਂ ਜਾਂਦਾ, ਕਿਤੇ ਲੇਖਾ ਤੇਰਾ ਮਾੜਾ ਤਾਂ ਨਹੀਂ ਬਣੀ ਜਾਂਦਾ। ਭੱਜ ਕੇ ਗੁਰੂ ਦੇ ਨਾਲ ਜੁੜ। ਜੇ ਅੱਗੇ ਸਮਾਂ ਲੰਘਾ ਲਿਆ, ਲੰਘਿਆ ਹੋਇਆ ਹੱਥ ਨਹੀਂ ਆਉਣਾ, ਅੱਗੇ ਦਾ ਪਤਾ ਨਹੀਂ ਸਾਹ ਆਵੇ ਕਿ ਨਾ ਆਵੇ, ਹੁਣ ਸਮਾਂ ਹਮ ਆਦਮੀ ਹੈ, ਇੱਕਦਮ ਹੀ ਸਾਰਾ ਕੁਝ ਛੱਡ ਕੇ ਜੁੜ ਜਾ ਗੁਰੂ ਗ੍ਰੰਥ ਸਾਹਿਬ ਨਾਲ। ਕੀ ਮਿਲੂਗਾ? ਅੰਮ੍ਰਿਤ ਨਾਮ। ਏਕ ਨਾਮ ਅੰਮ੍ਰਿਤ ਉਹ ਦੇਵੈ, ਤਉ ਨਾਨਕ ਤ੍ਰਿਸਟਸ ਦੇਹਾ। ਤਾਂ ਸਾਡੀ ਦੇਹੀ ਸ਼ਾਂਤ ਹੋ ਸਕਦੀ ਹੈ। ਦੇਹੀ ਦੇ ਵਿਕਾਰ, ਅੱਗਾਂ, ਜਿਹੜੇ ਸਾਡੇ ਫੁਰਨੇ, ਇਹ ਸਾਰਾ ਸਾਨੂੰ ਸਾੜੀ ਜਾ ਰਿਹਾ ਅੰਦਰੋਂ। ਸਾਡੇ ਅੰਦਰ ਅੱਗ ਲੱਗੀ ਹੋਈ ਆ, ਕਿੰਨਾ ਸੇਕ, ਕਿੰਨਾ ਜਲ ਰਹੇ ਹਾਂ ਅਸੀਂ। ਅਗਰ ਸ਼ਾਂਤੀ ਚਾਹੁੰਦੇ ਆ, ਟਿਕਾਓ ਚਾਹੁੰਦੇ ਆ, ਤਾਂ ਇੱਕੋ ਹੀ ਬੂੰਦ ਬੜੀ ਹੈ। ਪਹਿਲਾਂ ਮਨ ਪਪੀਹਾ ਬਣੇ, ਪਪੀਹੇ ਜਿੰਨੀ ਤੜਫਣ ਪੈਦਾ ਹੋਵੇ। ਆਹ ਸਾਰਾ ਜਿਹੜਾ ਕੰਮ ਕਰਨ ਦਾ ਅਰਥ ਕੀ ਹੈ ਕਿ ਤੁਹਾਡੇ ਸਾਰਿਆਂ ਦੇ ਅੰਦਰ ਭਾਈ ਗੁਰਬਾਣੀ ਪ੍ਰਤੀ ਪ੍ਰੇਮ ਪੈਦਾ ਹੋ ਜੇ, ਤੜਫ ਪੈਦਾ ਹੋ ਜੇ। ਮੈਂ ਆਪ ਖੁਦ ਗੁਰਬਾਣੀ ਤੋਂ ਬਦਲਿਆ, ਮੇਰੇ ਵਾਸਤੇ ਹਾਜ਼ਰ ਤੇ ਨਾਜ਼ਰ ਆ। ਵੈਸੇ ਤਾਂ ਸਾਰਿਆਂ ਵਾਸਤੇ ਹੀ ਹਾਜ਼ਰ ਤੇ ਨਾਜ਼ਰ ਆ। ਮੈਂ ਦਾਅਵੇ ਨਾਲ ਕਹਿਣਾ, ਗੁਰਬਾਣੀ ਨਾਲ ਜੁੜ ਕੇ ਦੇਖੋ, ਜੀਵਨ ਬਦਲ ਜਾਣਗੇ ਭਾਈ। ਸੋ ਇਸ ਕਰਕੇ ਬੇਨਤੀ ਹੈ, ਆਪ ਵੀ ਗੁਰਬਾਣੀ ਦੇ ਨਾਲ ਜੁੜੋ ਅਤੇ ਹੋਰਾਂ ਨੂੰ ਵੀ ਗੁਰਬਾਣੀ ਦੇ ਨਾਲ ਜੋੜੋ, ਅਤੇ ਅਸੀਂ ਇਹ ਆਪਣੇ ਅੰਦਰ ਨੂੰ ਝਾਤੀ ਮਾਰ ਸਕਦੇ ਹਾਂ, ਆਨੰਦਿਤ ਜੀਵਨ ਬਤੀਤ ਕਰ ਸਕਦੇ ਹਾਂ, ਉਸ ਪਰਮ ਆਨੰਦ ਦੀ ਪ੍ਰਾਪਤੀ ਕਰ ਸਕਦੇ ਹਾਂ ਜਿਹੜਾ ਕਿਹਾ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਅਤੇ ਕਿਸੇ ਲੇਖੇ ਦੀ, ਕਿਸੇ ਡਰ ਡੁੱਕਰ ਦੀ ਲੋੜ ਨਹੀਂ। ਜਿਹਦਾ ਆਤਮਾ ਅਤੇ ਪ੍ਰਮਾਤਮਾ ਦਾ ਮਿਲਾਪ ਹੋ ਗਿਆ, ਬਸ ਮੁਕਤ
ਮੂਹੇ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੈ ਕੋਇਲਾ। ਮੁਕਤੀ ਨਹੀਂ ਪ੍ਰਾਪਤ ਹੋ ਸਕਦੀ ਭਾਈ, ਮਰਿਆ ਹੋਇਆ ਤੋਂ ਬਾਅਦ ਤਾਂ ਚਾਂਸ ਹੀ ਖਤਮ, ਲੇਖਾ ਤਾਂ ਬਣ ਗਿਆ। ਲੇਖਾ ਤਾਂ ਅੱਜ ਸਾਰੇ ਸ਼ਬਦ 'ਚ ਇਹੀ ਸਮਝਾਇਆ ਕਿ ਜੀਵਨ ਦੇ ਵਿੱਚ ਸਾਡਾ ਲੇਖਾ ਬਣ ਰਿਹਾ, ਉਹਦੇ ਮੁਤਾਬਕ ਸਾਡਾ ਹਿਸਾਬ ਕਿਤਾਬ ਹੋਣਾ। ਜੇ ਵਧੀਆ ਬਣਾ ਲਾਂਗੇ, ਮਾਫ ਕਰਨਾ, ਮੌਤ ਤੋਂ ਬਾਅਦ ਕਿਸੇ ਦੀਆਂ ਅਰਦਾਸਾਂ ਨਾਲ ਕੁਝ ਨਹੀਂ ਬਦਲਿਆ ਜਾਣਾ, ਮਾਫ ਕਰ ਦਿਓ ਮੈਨੂੰ। ਆਪਣੇ ਹੱਥੀਂ ਲੇਖਾ ਲੇਖ ਹੁੰਦਾ, ਹੁਣੇ ਸਬਰ ਲਈਏ, ਹੁਣੇ ਸਮਝ ਜੀਏ। ਆਪਣਾ ਬੁਰਾ ਰਸਤਾ, ਦੋ ਰਾਹ, ਮਨੁੱਖ ਦਾ ਮਨ ਦੋ ਰਸਤੇ ਤੇ ਚੱਲਦਾ, ਦੋ ਹੀ ਦੁਨੀਆ, ਮਨਮੁਖ ਤੇ ਗੁਰਮੁਖ। ਇਹ ਵਿਚਾਲਾ ਜਿਹਾ ਨਹੀਂ ਹੋ ਸਕਦਾ, ਜ਼ਿਆਦਾ ਅਸੀਂ ਵਿਚਾਲੇ ਜੇ ਰਹਿੰਦੇ ਹਾਂ, ਜਾਂ ਤਾਂ ਗੁਰਮੁਖ ਬਣੀਏ ਜਾਂ ਫਿਰ ਮਨਮੁਖ, ਦੋ ਹੀ ਰਾਹ। ਤੇ ਗੁਰੂ ਦੇ ਗਿਆਨ ਤੋਂ ਬਿਨਾਂ ਗੁਰਮੁਖ ਨਹੀਂ ਬਣਿਆ ਜਾ ਸਕਦਾ, ਕਿਉਂਕਿ ਗੁਰੂ ਦੇ ਮੁਤਾਬਕ ਚੱਲ ਕੇ ਹੀ ਤਾਂ ਗੁਰਮੁਖ ਕਹਾਉਂਦਾ ਬੰਦਾ, ਗੁਰਸਿੱਖ ਕਹਾਉਂਦਾ। ਸੋ ਆਓ ਗੁਰਬਾਣੀ ਨਾਲ ਜੁੜੀਏ, ਇੱਕ ਵਾਰੀ ਫੇਰ ਸਾਰੇ ਸ਼ਬਦ ਨੂੰ ਸਰਵਣ ਕਰੀਏ, ਤਾਂ ਕਿ ਸਾਰੇ ਸ਼ਬਦ ਦੀ ਵਿਚਾਰ ਸਾਡੇ ਅੰਦਰ ਤੱਕ ਚਲੀ ਜਾਵੇ। ਅਸੀਂ ਖੁਦ ਹੀ ਜ਼ਿੰਮੇਵਾਰ ਹਾਂ, ਬਸ ਕਿਸੇ ਨੂੰ ਜ਼ਿੰਮੇਵਾਰ ਨਾ ਠਹਿਰਾਈਏ, ਆਪਣੇ ਆਪ ਨੂੰ ਬਦਲਣ ਦੀ ਗੱਲ ਕਰੀਏ, ਕਿਸੇ ਨੂੰ ਛੱਡ ਦਈਏ। ਬਸ ਇਹੀ ਹੈ। ਹਮਦਰਦੀ ਜ਼ਰੂਰ ਹੁੰਦੀ ਹੈ। ਬੰਦਾ ਜਿੱਥੋਂ ਜਿਹੜੇ ਨਗਰ ਦੇ ਵਿੱਚ ਰਹਿੰਦਾ, ਖਾਂਦਾ ਪੀਂਦਾ, ਉੱਥੇ ਵੱਡਾ ਹੋਇਆ, ਉੱਥੇ ਉਹਦੀਆਂ ਯਾਦਾਂ ਹੁੰਦੀਆਂ, ਕੁਝ ਅਹਿਸਾਨ ਹੁੰਦੇ ਆ ਨਗਰ ਦੀ ਮਿੱਟੀ ਦੇ, ਪਰ ਇਹ ਗਿਆਨ ਆ ਜਿਹੜਾ ਦਿੱਤਾ ਨਹੀਂ ਜਾ ਸਕਦਾ, ਲਿਆ ਜਾ ਸਕਦਾ, ਪਰ ਫਿਰ ਵੀ ਕੋਸ਼ਿਸ਼ ਜ਼ਰੂਰ ਕਰਦੇ ਰਹਿਣਾ ਚਾਹੀਦਾ। ਬੋਲ ਧਰਮੀ ਅੜਿਆ, ਮੌਨ ਕਤ ਧਾਰੀ ਰਾਮ। ਸਮਾਂ ਹੈ ਨਹੀਂ, ਮੰਨਦਾ ਮੈਂ, ਅਗਰ ਸੱਚ ਬੋਲਦਾ ਬੰਦਾ ਤਾਂ ਦੁੱਖਾਂ ਤਕਲੀਫਾਂ ਦਾ ਜਿਹੜਾ ਹੈ ਤੋਏ ਤੋਏ ਦਾ ਸਾਹਮਣਾ ਕਰਨਾ ਪੈਂਦਾ। ਪਰ ਇਹ ਗਿਆਨ ਨੂੰ ਜੇ ਆਈਂ ਲੁਕੋ ਕੇ ਰੱਖ ਦਿੱਤਾ, ਫਿਰ ਜਿਵੇਂ ਕਹਿ ਲਓ ਗੁਰੂ ਵੱਲੋਂ ਫਿਰ ਬੇਮੁਖ ਹੋ ਜਾਵਾਂਗੇ। ਸੋ ਜਿੰਨਾ ਕੁ ਹੈ ਭਾਈ, ਇਹਦਾ ਪ੍ਰਚਾਰ ਕਰਨਾ ਬਹੁਤ ਜ਼ਰੂਰੀ ਹੈ। ਆਓ ਇੱਕ ਵਾਰੀ ਫਿਰ ਸ਼ਬਦ ਨੂੰ ਸਰਵਣ ਕਰੀਏ। ਮਾਰੂ ਮਹੱਲਾ ਪਹਿਲਾ, ਕਰ ਪਹਿਲਾ, ਕਰਨੀ ਕਾਗਦ ਮਨ ਮਸਬਾਣੀ, ਬੁਰਾ ਭਲਾ ਦੋਇ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਐ, ਤੋ ਗੁਣ ਨਾਹੀ ਅੰਤ ਹਰੇ। ਚਿਤ ਚੇਤਸ ਕੀ ਨਹੀਂ ਬਾਬਰਿਆ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਜਾਲੀ ਰੈਨ ਜਾਲ ਦਿਨ ਹੁਆ, ਜੇਤੀ ਘੜੀ ਫਾਹੀ ਤੇਤੀ, ਰਸ ਰਸ ਚੋਗ ਚੁਗਹਿ ਨਿਤ ਫਸੈ, ਛੂਟ ਸਮੂੜੇ ਕਵਣ ਗੁਣੀ। ਕਾਇਆ ਆਰਣ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉਪਰ, ਮਨ ਜਲਿਆ ਸੰਨੀ ਚਿੰਤ ਭਈ। ਭਇਆ ਮਨੂਰ ਕੰਚਨ ਫਿਰ ਹੋਵੈ, ਜੇ ਗੁਰ ਮਿਲੈ ਤਨੇਹਾ, ਏਕ ਨਾਮ ਅੰਮ੍ਰਿਤ ਓ ਦੇਵੈ, ਤੋ ਨਾਨਕ ਤ੍ਰਿਸਟਸ ਦੇਹਾ। ਏਕ ਨਾਮ ਅੰਮ੍ਰਿਤ ਓ ਦੇਵੈ, ਤੋ ਨਾਨਕ ਤ੍ਰਿਸਟਸ ਦੇਹਾ। ਹੋਈਆਂ ਭੁੱਲਾਂ, ਗਲਤੀਆਂ, ਕਮੀਆਂ ਦੀ ਮਾਫੀ ਬਖਸ਼ਣਾ ਜੀ। ਆਓ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।